गुड मॉर्निंग स्टूडेंट्स। बेटी अज असी थोड़ी पंजाबी पाठ पुस्तक का जो पाठ एक है कविता कुदरत तो सिखो रिवाइज करांगे। ठीक है, सारे बच्चे अपनी बुक ओपन करेंगे। पाठ एक कुदरत तो सिखो। ठीक है, कुदरत कुदरत की हुंदी है नेचर, जो साडे आले दुआले हवा पानी पहाड़ पेड़ पौधे दरख्त पंछी ये सब की है, ये सब कुदरत का हिस्सा हैं, नेचर का हिस्सा हैं। ਅਸੀਂ ਆਪਣੇ ਨੇਚਰ ਤੋਂ ਆਪਣੀ ਕੁਦਰਤ ਤੋਂ ਕੀ ਸਿੱਖਦੇ ਹਾਂ? ਅਸੀਂ ਪਹਿਲਾਂ ਵੀ ਇਹ ਕਵਿਤਾ ਐਕਸਪਲੇਨ ਕਰ ਚੁੱਕੇ ਹਾਂ, ਇੱਕ ਵਾਰ ਫਿਰ ਤੋਂ ਜਲਦੀ ਜਲਦੀ ਰੀਡ ਕਰਾਂਗੇ। ਫੁੱਲਾਂ ਤੋਂ ਤੁਸੀਂ ਹੱਸਣਾ ਸਿੱਖੋ, ਭੌਰਿਆਂ ਤੋਂ ਨਿਤ ਗਾਣਾ। ਠੀਕ ਹੈ, ਭੌਰੇ ਕੀ ਹੁੰਦੇ ਨੇ? ਯੈਸ, ਫੁੱਲਾਂ ਉੱਪਰ ਉੱਡਣ ਵਾਲੇ ਪਤੰਗੇ। ਠੀਕ ਹੈ, ਜੋ ਫੁੱਲਾਂ ਦਾ ਰਸ ਚੂਸਦੇ ਨੇ। ਫੁੱਲਾਂ ਤੋਂ ਤੁਸੀਂ ਹੱਸਣਾ ਸਿੱਖੋ, ਇਹਨਾਂ ਫੁੱਲਾਂ ਤੋਂ ਤੁਸੀਂ ਹੱਸਣਾ ਸਿੱਖੋ। ਤੇ ਭੌਰੇ ਜਿਵੇਂ ਫੁੱਲਾਂ ਦੁਆਲੇ ਗਾਣਾ ਗਾ ਰਹੇ ਹੁੰਦੇ ਨੇ, ਤੁਸੀਂ ਇਹਨਾਂ ਭੌਰਿਆਂ ਤੋਂ ਗਾਣਾ ਗਾਉਣਾ ਸਿੱਖੋ। ਠੀਕ ਹੈ, ਰੁੱਖ ਦੀਆਂ ਨਿੱਕੀਆਂ ਡਾਲੀਆਂ ਤੋਂ ਤੁਸੀਂ ਸਿੱਖੋ ਸੀਸ ਝੁਕਾਉਣਾ। ਰੁੱਖਾਂ ਦੇ ਉੱਤੇ ਜੋ ਨਰਮ ਡਾਲੀਆਂ ਜੋ ਸੌਫਟ ਟਹਿਣੀਆਂ ਹੁੰਦੀਆਂ ਨੇ, ਉਹ ਨੀਚੇ ਝੁਕੀਆਂ ਹੁੰਦੀਆਂ ਨੇ। ਇਹਨਾਂ ਟਹਿਣੀਆਂ ਤੋਂ ਤੁਸੀਂ ਵੀ ਆਪਣੇ ਸੀਸ ਨੂੰ ਝੁਕਾਉਣਾ ਸਿੱਖੋ। ਠੀਕ ਹੈ, ਨਮਰਤਾ ਦੇ ਨਾਲ ਸਾਡਾ ਸਿਰ ਝੁਕਿਆ ਹੋਇਆ ਹੋਣਾ ਚਾਹੀਦਾ ਹੈ, ਨਾ ਕਿ ਹੰਕਾਰ ਦੇ ਨਾਲ ਉੱਪਰ ਉੱਠਿਆ ਹੋਇਆ। ਠੀਕ ਹੈ, ਵੇਲਾਂ ਤੇ ਰੁੱਖਾਂ ਤੋਂ ਸਿੱਖੋ ਸਭ ਨੂੰ ਗਲੇ ਲਗਾਉਣਾ। ਇਹ ਜੋ ਵੇਲਾਂ ਨੇ ਰੁੱਖਾਂ ਨੇ, ਜੋ ਵੇਲ ਹੁੰਦੀ ਹੈ ਉਹ ਦਰਖਤ ਦੇ ਆਲੇ ਦੁਆਲੇ ਘੁੰਮੀ ਹੋਈ ਹੁੰਦੀ ਹੈ। ਵੇਲ ਨੇ ਦਰਖਤ ਨੂੰ ਗਲੇ ਨੂੰ ਲਗਾਇਆ ਹੁੰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ ਨਾਲ ਗਲ ਨਾਲ ਲਾਉਣਾ ਚਾਹੀਦਾ ਹੈ। ਦੁੱਧ ਅਤੇ ਪਾਣੀ ਤੋਂ ਸਿੱਖ ਲੋ ਮਿਲਣਾ ਅਤੇ ਮਿਲਾਉਣਾ। ਇੱਕ ਵਾਰੀ ਜਦੋਂ ਦੁੱਧ ਵਿੱਚ ਅਸੀਂ ਪਾਣੀ ਮਿਲਾ ਦਿੰਦੇ ਹਾਂ, ਦੋਨਾਂ ਨੂੰ ਵੱਖ ਕੀਤਾ ਜਾ ਸਕਦਾ ਹੈ? ਨਹੀਂ। ਇਸੇ ਤਰ੍ਹਾਂ ਸਾਨੂੰ ਵੀ ਇੱਕ ਦੂਜੇ ਦੇ ਨਾਲ ਮਿਲਣ ਮਿਲਾਉਣ ਦੀ ਭਾਵਨਾ ਰੱਖਣੀ ਚਾਹੀਦੀ ਹੈ। ਠੀਕ ਹੈ, ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸੂਰਜ ਦੀਆਂ ਕਿਰਨਾਂ ਤੋਂ ਸਿੱਖੋ ਜਗਣਾ ਅਤੇ ਜਗਾਉਣਾ। ਸਵੇਰ ਵੇਲੇ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤਾਂ ਸਾਰੀ ਦੁਨੀਆ ਦੇ ਲੋਕ ਜਗ ਜਾਂਦੇ ਨੇ, ਉੱਠ ਜਾਂਦੇ ਨੇ। ਠੀਕ ਹੈ, ਉਸੇ ਤਰ੍ਹਾਂ ਸਾਨੂੰ ਵੀ ਦੂਸਰਿਆਂ ਦੀ ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਰੋਸ਼ਨੀ ਲੈ ਕੇ ਆਉਣੀ ਚਾਹੀਦੀ ਹੈ। ਸਾਨੂੰ ਵੀ ਦੂਸਰਿਆਂ ਨੂੰ ਜਗਾਉਣਾ ਚਾਹੀਦਾ ਹੈ, ਜਾਗਰਿਤ ਕਰਨਾ ਚਾਹੀਦਾ ਹੈ, ਅਵੇਅਰ ਕਰਨਾ ਚਾਹੀਦਾ ਹੈ। ਠੀਕ ਹੈ, ਦੀਵੇ ਦੀ ਲੋ ਤੋਂ ਸਿੱਖ ਲੋ ਹਨੇਰਾ ਦੂਰ ਭਜਾਉਣਾ। ਦੀਵੇ ਦੀ ਲੋ ਕੀ ਹੁੰਦੀ ਹੈ? ਰੋਸ਼ਨੀ। ਰੋਸ਼ਨੀ, ਦੀਵੇ ਦੀ ਲੋ ਜਦੋਂ ਅਸੀਂ ਦੀਵਾ ਜਗਾਉਂਦੇ ਹਾਂ ਤਾਂ ਉਸਦੀ ਰੋਸ਼ਨੀ ਦੇ ਨਾਲ ਹਨੇਰੇ ਕਮਰੇ ਦੇ ਵਿੱਚ ਜਿਵੇਂ ਰੋਸ਼ਨੀ ਹੋ ਜਾਂਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਕਿਸੇ ਦੇ ਜੀਵਨ ਦੇ ਵਿੱਚ ਰੋਸ਼ਨੀ ਪੈਦਾ ਕਰਨੀ ਚਾਹੀਦੀ ਹੈ। ਉਸਦੀ ਲਾਈਫ ਦਾ, ਉਹਦੇ ਜੀਵਨ ਦਾ ਹਨੇਰਾ ਦੂਰ ਕਰਕੇ ਉਸਦੇ ਜੀਵਨ ਵਿੱਚ ਪ੍ਰਕਾਸ਼ ਲੈ ਕੇ ਆਉਣਾ ਚਾਹੀਦਾ ਹੈ। ਠੀਕ ਹੈ, ਕਿਸੇ ਦੇ ਵਾਸਤੇ ਉਮੀਦ ਬਣ ਕੇ ਆਓ, ਕਿਸੇ ਦੀ ਉਮੀਦ, ਕਿਸੇ ਵਾਸਤੇ ਇੱਕ ਹੋਪ ਬਣ ਕੇ ਆਓ। ਠੀਕ ਹੈ, ਤੁਹਾਡੇ ਨਾਲ ਕਿਸੇ ਨੂੰ ਕੋਈ ਫਾਇਦਾ ਪਹੁੰਚੇ। ਠੀਕ ਹੈ, ਜਿਵੇਂ ਦੀਵੇ ਦੀ ਰੋਸ਼ਨੀ ਆਪਣੀ ਲਾਈਟ ਦੇ ਨਾਲ, ਆਪਣੇ ਪ੍ਰਕਾਸ਼ ਦੇ ਨਾਲ ਹਨੇਰੇ ਨੂੰ ਦੂਰ ਭਜਾ ਦਿੰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਕਿਸੇ ਦੇ ਜੀਵਨ ਦਾ ਹਨੇਰਾ ਦੂਰ ਕਰਨਾ ਚਾਹੀਦਾ ਹੈ। ਠੀਕ ਹੈ, ਕਿਸੇ ਦੇ ਵਾਸਤੇ ਇੱਕ ਲਾਈਟ, ਇੱਕ ਰੋਸ਼ਨੀ ਬਣ ਕੇ ਆਓ। ਵਗਦੇ ਪਾਣੀ ਤੋਂ ਤੁਸੀਂ ਸਿੱਖੋ ਜੀਵਨ ਵਿੱਚ ਅੱਗੇ ਵਧਦੇ ਜਾਣਾ। ਠੀਕ ਹੈ, ਤੁਸੀਂ ਦੇਖਿਆ ਹੋਵੇਗਾ ਜਦੋਂ ਨਦੀ ਵਹਿੰਦੀ ਹੈ ਜਾਂ ਕੋਈ ਦਰਿਆ ਵਹਿੰਦੇ ਨੇ ਤਾਂ ਉਹ ਉੱਚੇ ਤੋਂ ਨੀਵੇਂ ਪਾਸੇ ਨੂੰ ਕਿਵੇਂ ਅੱਗੇ ਤੋਂ ਅੱਗੇ ਵਧਦੇ ਜਾਂਦੇ ਨੇ, ਹੈ ਨਾ? ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਠੀਕ ਇਸੇ ਤਰ੍ਹਾਂ ਹੀ ਸਾਨੂੰ ਵੀ ਰੋਕਣ ਵਾਲਾ ਕੋਈ ਨਹੀਂ ਹੋਣਾ ਚਾਹੀਦਾ। ਅਸੀਂ ਆਪਣੀ ਜ਼ਿੰਦਗੀ ਦੇ ਮਾਰਗ ਉੱਤੇ, ਜ਼ਿੰਦਗੀ ਦੇ ਰਸਤੇ ਉੱਤੇ ਬਿਨਾਂ ਰੁਕੇ ਲਗਾਤਾਰ ਮਿਹਨਤ ਕਰਦੇ ਹੋਏ ਅੱਗੇ ਵਧਦੇ ਜਾਈਏ। ਠੀਕ ਹੈ, ਅੱਗ ਦੇ ਧੂਏ ਤੋਂ ਤੁਸੀਂ ਸਿੱਖ ਲਓ ਉਚਾਈਆਂ ਨੂੰ ਛੂ ਲੈਣਾ। ਇਹ ਸਭ ਕੀ ਨੇ? ਫੁੱਲ, ਹਵਾ, ਪਾਣੀ, ਇਹ ਸਭ ਕੁਦਰਤ ਦੇ ਹਿੱਸੇ ਨੇ। ਠੀਕ ਹੈ, ਕੁਦਰਤ ਦਾ ਪਾਰਟ ਨੇ। ਜਦੋਂ ਅੱਗ ਜਲਾਈ ਜਾਂਦੀ ਹੈ, ਅੱਗ ਬਾਲੀ ਜਾਂਦੀ ਹੈ ਤਾਂ ਉਸਦੇ ਵਿੱਚੋਂ ਧੂਆਂ ਉੱਠਦਾ ਹੈ। ਉਹ ਧੂਆਂ ਹਮੇਸ਼ਾ ਉੱਪਰ ਨੂੰ ਜਾਂਦਾ ਹੈ। ਠੀਕ ਹੈ, ਉਸਨੂੰ ਕੋਈ ਵੀ ਰੋਕ ਨਹੀਂ ਸਕਦਾ, ਉਹ ਹਮੇਸ਼ਾ ਉਚਾਈ ਵੱਲ ਨੂੰ ਜਾਂਦਾ ਹੈ। ਠੀਕ ਉਸੇ ਤਰ੍ਹਾਂ ਇਸ ਧੂਏ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਉਹਨਾਂ ਹਾਈਟਸ ਨੂੰ, ਉਹਨਾਂ ਉਚਾਈਆਂ ਨੂੰ
ਛੂ ਲਈਏ, ਹਮੇਸ਼ਾ ਉੱਪਰ ਵੱਲ ਨੂੰ ਵਧੀਏ। ਠੀਕ ਹੈ। ਸਿੱਖੋ ਧਰਤੀ ਮਾਂ ਦੇ ਕੋਲੋਂ ਜੀਵਾਂ ਦੀ ਸੇਵਾ ਕਰਨਾ। ਧਰਤੀ ਮਾਂ ਜੋ ਸਾਡੀ ਅਰਥ ਹੈ, ਕੀ ਕਰਦੀ ਹੈ? ਸਾਰੇ ਜੀਵਾਂ ਦੀ ਸੇਵਾ ਕਰਦੀ ਹੈ। ਸਾਨੂੰ ਰਹਿਣ ਵਾਸਤੇ, ਸਾਨੂੰ ਖਾਣ ਵਾਸਤੇ, ਪੀਣ ਵਾਸਤੇ ਕਿੰਨਾ ਕੁਝ ਪ੍ਰਦਾਨ ਕਰਦੀ ਹੈ। ਠੀਕ ਹੈ। ਸਾਨੂੰ ਆਪਣੀ ਧਰਤੀ ਮਾਂ ਤੋਂ ਕੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਵੀ ਇਹਦੇ ਵਾਂਗ ਦੂਸਰੇ ਜੀਵਾਂ ਦੀ ਸੇਵਾ ਕਰੀਏ, ਦੂਜਿਆਂ ਦੇ ਵਾਸਤੇ ਚਾਨਣ ਮੁਨਾਰਾ ਬਣੀਏ। ਠੀਕ ਹੈ। ਦੂਸਰਿਆਂ ਦੇ ਵਾਸਤੇ ਉਮੀਦ ਦੀ ਕਿਰਨ ਬਣੀਏ। ਠੀਕ ਹੈ। ਪਤਝੜ ਵਿੱਚ ਰੁੱਖਾਂ ਤੋਂ ਸਿੱਖੋ ਦੁੱਖ ਵਿੱਚ ਧੀਰਜ ਧਰਨਾ। ਪਤਝੜ ਇੱਕ ਮੌਸਮ ਹੁੰਦਾ ਹੈ। ਇਸ ਮੌਸਮ ਦੇ ਵਿੱਚ ਕੀ ਹੁੰਦਾ ਹੈ? ਜੋ ਦਰਖਤਾਂ ਦੇ ਪੱਤੇ ਹੁੰਦੇ ਨੇ ਉਹ ਝੜ ਕੇ ਹੇਠਾਂ ਜ਼ਮੀਨ ਤੇ ਡਿੱਗ ਜਾਂਦੇ ਨੇ। ਪਤਝੜ ਦੇ ਮੌਸਮ ਦੇ ਵਿੱਚ ਦਰਖਤਾਂ ਦੇ ਜੋ ਪੱਤੇ ਹੁੰਦੇ ਨੇ ਉਹ ਜ਼ਮੀਨ ਤੇ ਗਿਰ ਜਾਂਦੇ ਨੇ, ਲੇਕਿਨ ਉਹ ਦਰਖਤ ਕਦੇ ਵੀ ਉਦਾਸ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਉਮੀਦ ਹੁੰਦੀ ਹੈ, ਇੱਕ ਹੋਪ ਹੁੰਦੀ ਹੈ ਕਿ ਹਾਂ ਅੱਜ ਬੁਰਾ ਸਮਾਂ ਹੈ, ਕੱਲ ਚੰਗਾ ਸਮਾਂ ਵੀ ਆਏਗਾ, ਕੱਲ ਮੌਸਮ ਬਦਲੇਗਾ, ਕੱਲ ਬਹਾਰ ਆਏਗੀ ਤੇ ਮੈਂ ਇਸ ਦਰਖਤ ਦੇ ਉੱਪਰ ਫਿਰ ਤੋਂ ਪੱਤੇ ਆ ਜਾਣਗੇ, ਇਹ ਟਹਿਣੀਆਂ ਫਿਰ ਤੋਂ ਖਿੜ ਉੱਠਣਗੀਆਂ, ਹੈ ਨਾ। ਉਹ ਦਰਖਤ ਕਦੇ ਵੀ ਉਦਾਸ ਨਹੀਂ ਹੁੰਦੇ। ਠੀਕ ਇਸੇ ਤਰ੍ਹਾਂ ਸਾਨੂੰ ਵੀ ਇਹਨਾਂ ਦਰਖਤਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਦੁੱਖ ਦੇ ਸਮੇਂ ਸਾਨੂੰ ਕਦੇ ਵੀ ਸਬਰ ਨਹੀਂ ਛੱਡਣਾ ਚਾਹੀਦਾ। ਠੀਕ ਹੈ। ਸੰਤੋਖ ਵਿੱਚ ਰਹਿਣਾ ਚਾਹੀਦਾ ਹੈ, ਧੀਰਜ ਦੇ ਨਾਲ ਰਹਿਣਾ ਚਾਹੀਦਾ ਹੈ, ਪੇਸ਼ੈਂਸ ਦੇ ਨਾਲ ਰਹਿਣਾ ਚਾਹੀਦਾ ਹੈ। ਠੀਕ ਹੈ। ਕਦੇ ਵੀ ਆਪਣਾ ਸਬਰ ਛੱਡਣਾ ਨਹੀਂ ਚਾਹੀਦਾ, ਹਮੇਸ਼ਾ ਉਮੀਦ ਰੱਖਣੀ ਚਾਹੀਦੀ ਹੈ ਕਿ ਕੋਈ ਗੱਲ ਨਹੀਂ, ਅੱਜ ਬੁਰਾ ਸਮਾਂ ਹੈ, ਬਹੁਤ ਹੀ ਜਲਦੀ ਚੰਗਾ ਸਮਾਂ ਆਏਗਾ ਤੇ ਸਭ ਕੁਝ ਠੀਕ ਹੋ ਜਾਵੇਗਾ। ਠੀਕ ਹੈ। ਕਦੇ ਵੀ ਆਪਣੀ ਹੋਪ ਨਹੀਂ ਛੱਡਣੀ ਚਾਹੀਦੀ। ਕੁਦਰਤ ਤੋਂ ਤੁਸੀਂ ਸਿੱਖੋ ਬੱਚਿਓ ਇਹ ਜੀਵਨ ਸਵਰਗ ਬਣਾਉਣਾ। ਕੁਦਰਤੀ ਨਜ਼ਾਰੇ ਜੋ ਕੁਦਰਤ ਦੇ ਇੰਨੇ ਅਸੀਂ ਚੀਜ਼ਾਂ ਬਾਰੇ ਜਾਣਿਆ, ਇਹਨਾਂ ਨੇ ਸਾਡੇ ਜੀਵਨ ਨੂੰ ਬਿਲਕੁਲ ਬਦਲ ਦੇਣ ਦੀ ਸਿੱਖਿਆ ਦਿੱਤੀ ਹੈ। ਸਾਨੂੰ ਇਹਨਾਂ ਕੁਦਰਤੀ ਚੀਜ਼ਾਂ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾ ਲਈਏ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ, ਇੰਪਲੀਮੈਂਟ ਕਰੀਏ ਤੇ ਸਾਡਾ ਜੀਵਨ ਸਵਰਗ ਬਣ ਜਾਏ, ਬਹੁਤ ਸੋਹਣਾ ਬਣ ਜਾਏ, ਵਧੀਆ ਬਣ ਜਾਏ। ਠੀਕ ਹੈ। ਪਹਿਲਾਂ ਵੀ ਅਸੀਂ ਇਹ ਕਵਿਤਾ ਰੀਡ ਕਰ ਚੁੱਕੇ ਹਾਂ, ਪਰ ਇੱਕ ਵਾਰੀ ਰਿਵਾਈਜ਼ ਕੀਤੀ ਤਾਂ ਕਿ ਮਤਲਬ ਜੋ ਮੀਨਿੰਗਸ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਕਲੀਅਰ ਹੋ ਜਾਣ। ਠੀਕ ਹੈ। ਸਾਰੇ ਬੱਚਿਆਂ ਨੇ ਇਹ ਕਵਿਤਾ ਔਰਲ ਵਿੱਚ ਵੀ ਲਰਨ ਕਰਨੀ ਹੈ। ਮੌਖਿਕ ਇਹ ਕਵਿਤਾ ਤੁਹਾਨੂੰ ਸਾਰੇ ਬੱਚਿਆਂ ਨੂੰ ਆਉਣੀ ਚਾਹੀਦੀ ਹੈ। ਠੀਕ ਹੈ। ਤੇ ਥੋੜੀ ਰਾਈਮਸ ਵੀ ਥੋੜੀ ਲੈਅ ਦੇ ਨਾਲ ਗਾਇਆ ਕਰੋ ਕਵਿਤਾ ਨੂੰ, ਤਾਂ ਕਿ ਮਜ਼ਾ ਆਵੇ ਸੁਣਨ ਦੇ ਵਿੱਚ। ਠੀਕ ਹੈ। ਸਿੱਧੀ ਰੀਡਿੰਗ ਨਹੀਂ ਕਰਨੀ, ਲੈਅ ਦੇ ਨਾਲ ਥੋੜੀ ਰਾਈਮਿੰਗ ਜੋ ਹੁੰਦੀ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਕਵਿਤਾ ਨੂੰ ਗਾਉਣਾ ਚਾਹੀਦਾ ਹੈ, ਇੰਜੋਏ ਕਰਿਆ ਕਰੋ। ਠੀਕ ਹੈ। ਕ੍ਰੈਮ ਨਹੀਂ ਕਰਨੀ। ਇਸ ਤੋਂ ਬਾਅਦ ਨੇ ਔਖੇ ਸ਼ਬਦਾਂ ਦੇ ਅਰਥ, ਵਰਡ ਮੀਨਿੰਗ। ਠੀਕ ਹੈ। ਸਭ ਤੋਂ ਪਹਿਲਾਂ ਹੈ ਭੌਰੇ। ਭੌਰੇ ਕੀ ਹੁੰਦੇ ਨੇ? ਫੁੱਲਾਂ ਉੱਪਰ ਮੰਡਰਾਉਣ ਵਾਲੇ ਪਤੰਗੇ, ਜੋ ਫੁੱਲਾਂ ਦਾ ਰਸ ਚੂਸਦੇ ਨੇ। ਠੀਕ ਹੈ। ਪਤੰਗੇ। ਡਾਲੀਆਂ। ਡਾਲੀਆਂ ਕੀ ਹੁੰਦੀਆਂ ਨੇ? ਦਰਖਤਾਂ ਦੀਆਂ ਟਹਿਣੀਆਂ। ਠੀਕ ਹੈ। ਇਸ ਤੋਂ ਬਾਅਦ ਸੀਸ, ਸਿਰ। ਸਾਨੂੰ ਵੱਡਿਆਂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ, ਸਿਰ ਝੁਕਾਉਣਾ ਚਾਹੀਦਾ ਹੈ। ਠੀਕ ਹੈ। ਲੋ, ਰੋਸ਼ਨੀ। ਦੀਵੇ ਦੀ ਲੋ, ਦੀਵੇ ਦੀ ਰੋਸ਼ਨੀ। ਠੀਕ ਹੈ। ਧੀਰਜ ਧਰਨਾ, ਸਬਰ करना, संतोख करना, पेशेंस रखनी। ठीक है। पेशेंस ਦੇ ਨਾਲ ਰਹਿਣਾ, ਧੀਰਜ ਧਰਨਾ। ठीक है। ਇਸ ਤੋਂ ਬਾਅਦ ਬੈਕ ਐਕਸਰਸਾਈਜ਼। ਫੁੱਲਾਂ ਤੋਂ ਅਸੀਂ ਕੀ ਸਿੱਖਦੇ ਹਾਂ? ਸਭ ਨੂੰ ਪਤਾ ਹੈ। ਫੁੱਲਾਂ ਤੋਂ ਤੁਸੀਂ ਸਿੱਖੋ, ਫੁੱਲਾਂ ਤੋਂ ਤੁਸੀਂ ਹੱਸਣਾ ਸਿੱਖਦੇ ਹੋ। ਨੈਕਸਟ ਹੈ
सानू मिलन अते मिलाउण दी सिक्ख्या किस तो मिलदी है? दुध अते पानी तो। जिवें दुध विच मिलिया होया पानी असीं बाहर नहीं कढ सकदे, ठीक उसे तरह ही सानू इस तो मिलन अते मिलाउण दी सिक्ख्या मिलदी है। सूरज दीयां किरणां सानू की सिखाउंदियां हन? सूरज दीयां किरणां सानू जगना अते जगाउणा, ठीक है, जागृत करना, जगण अते जगाउण दी सिक्ख्या दिंदियां हन। अग दा धुआं सानू की सिखाउंदा है? ऊंचाइयां नू छू लेना। ऊंचाइयां की मतलब? यस, हाइट्स। काव सतरा पूरियां करो। काव सतरा तुसी ताही पूरियां कर सकते हो जे तुसी मौखिक विच एक कविता याद कीती होवेगी, ठीक है। दुध अते पानी तो सिख लो। सिखो धरती मां दे कोलों। कुदरत तो तुसी सिखो बच्चियो। जीवन स्वर्ग बनाना, ठीक है। ठीक है, उस तो बाद भौरियां तो असी की सिखदे हां? गाना। भौरियां तो असी गाना सिखदे हां। डालियां तो तुसी की सिखदे हो? डोंट शाउट। डालियां तो तुसी सिखदे हो शीश झुकाउणा, सिर झुकाउणा, ठीक है। सूरज दीयां किरणां तो की सिखदे हो? सूरज दीयां किरणां तो असी जगना अते जगाउणा सिखदे हां। दीवे दी लो तो की सिखदे हां? दीवे दी लो तो असी हनेरा दूर भजाउणा सिखदे हां, ठीक है। वगदे पानी तो की सिखदे हां? जीवन विच अगे वधदे जाना, ठीक है। इस तो बाद है समानार्थक शब्द। समानार्थक जिन्हां दा मीनिंग समान होवे, सेम होवे, सेम मीनिंग वाले शब्द, ठीक है। जिवें नित दा की है? नित दा हुंदा है रोज। नित दा समानार्थक शब्द है रोज। वो नित सवेरे उठ के नहाउंदा है, वो रोज सवेरे उठ के नहाउंदा है। नित की हुंदा है? रोज। रुख, 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 दरख्त। दुख की हुंदे ने? पेड़ पौधे दरख्त, ठीक है। लो की हुंदी है? लो दा समानार्थक शब्द है रोशनी। धीरज धरना, सबर करना, संतोख करना, ठीक है। उस तो बाद है वचन बदलो। निक्की दा? निक्कियां। डाली? डाली दा डालियां। कली? कलियां। दीवा? स्पीक सॉफ्टली बेटे। दीवा दीवे, ठीक है। खीरा? खीरे। संतरा? संतरे, ठीक है। ये हन बैक एक्सरसाइजेस। इस तो बाद इस पाठ दे असी प्रश्न उत्तर रिवाइज। बेटे इस पाठ विच जिवें तुहानू पता ही है छोटे प्रश्न उत्तर या वड्डे प्रश्न उत्तर कोई भी आ सकते ने। छोटे प्रश्न उत्तर दा तुसी 2 या 3 वर्ड विच आंसर दिओगे ते वड्डे प्रश्न उत्तरां दा वाक दे विच, ठीक है। चलो पहला छोटे प्रश्न उत्तर। हसदे रहन दी सिक्ख्या कौन दिंदा है? कौन दिंदा है? फुल, ठीक है। सिर्फ फुल लिखोगे, पूरा सेंटेंस बनाने की कोई जरूरत नहीं है। ये छोटे प्रश्न उत्तर हैं, ठीक है। फुल्लां तो नहीं, फुल इत्थे फुल रहेगा। वगदा पानी सानू की सिक्ख्या दिंदा है? अगे वधण दी, ठीक है। वगदा पानी सानू अगे वधण दी सिक्ख्या दिंदा है। कुदरत सानू की सिखाउंदी है? जीवन नू स्वर्ग बनाना, ठीक है। शीश झुकाना सानू कौन सिखाउंदा है? डालियां, ठीक है। दरख्तां दीयां डालियां।
ਉਸ ਤੋਂ ਬਾਅਦ ਅਸੀਂ ਸੀਸ ਝੁਕਾਉਣਾ ਕਿਸ ਕੋਲੋਂ ਸਿੱਖਦੇ ਹਾਂ? ਵੱਡੇ ਪ੍ਰਸ਼ਨ ਉੱਤਰ ਵਿੱਚ ਪ੍ਰੋਪਰ ਵਾਕ ਸੈਂਟੈਂਸ ਬਣਾ ਕੇ ਤੁਸੀਂ ਉੱਤਰ ਦੋਗੇ। ਅਸੀਂ ਸੀਸ ਝੁਕਾਉਣਾ, ਅਸੀਂ ਸੀਸ ਝੁਕਾਉਣਾ ਰੁੱਖਾਂ ਦੀਆਂ ਨਿੱਕੀਆਂ ਡਾਲੀਆਂ ਤੋਂ ਸਿੱਖਦੇ ਹਾਂ। ਧਰਤੀ ਮਾਂ ਸਾਨੂੰ ਕੀ ਸਿਖਾਉਂਦੀ ਹੈ? ਧਰਤੀ ਮਾਂ ਸਾਨੂੰ ਜੀਵਾਂ ਦੀ ਸੇਵਾ ਕਰਨਾ ਸਿਖਾਉਂਦੀ ਹੈ। ਦੀਵੇ ਦੀ ਲੋ ਸਾਨੂੰ ਕੀ ਸਿੱਖਿਆ ਦਿੰਦੀ ਹੈ? ਦੀਵੇ ਦੀ ਲੋ ਸਾਨੂੰ ਹਨੇਰਾ ਦੂਰ ਭਜਾਉਣ ਦੀ ਸਿੱਖਿਆ ਦਿੰਦੀ ਹੈ। ਦੁੱਖ ਵਿੱਚ ਸਾਨੂੰ ਕਿਸ ਕੋਲੋਂ ਕੀ ਸਿੱਖਿਆ ਮਿਲਦੀ ਹੈ? ਦੁੱਖ ਵਿੱਚ ਸਾਨੂੰ ਰੁੱਖਾਂ ਕੋਲੋਂ ਧੀਰਜ ਧਰਨ ਦੀ, ਸਬਰ ਕਰਨ ਦੀ ਜਾਂ ਸੰਤੋਖ ਕਰਨ ਦੀ ਸਿੱਖਿਆ ਮਿਲਦੀ ਹੈ। ਠੀਕ ਹੈ ਬੱਚੇ, ਇਹ ਨੇ ਵੱਡੇ ਪ੍ਰਸ਼ਨ ਉੱਤਰ। ਇਸ ਤੋਂ ਬਾਅਦ ਵਾਕ ਬਣਾਓ ਨੇ। ਵਾਕ ਬਣਾਓ ਵਾਸਤੇ ਸ਼ਬਦ ਪਾਠ ਵਿੱਚੋਂ ਕਿਤੋਂ ਵੀ ਲਿਆ ਜਾ ਸਕਦਾ ਹੈ। ਠੀਕ ਹੈ, ਇਸ ਲਈ ਪਾਠ ਨੂੰ ਚੰਗੀ ਤਰ੍ਹਾਂ ਪੜੋ ਤੇ ਹਰ ਸ਼ਬਦ ਦਾ ਅਰਥ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਸ਼ਬਦ ਦਾ ਅਰਥ ਪਤਾ ਹੋਏਗਾ ਤਾਂ ਹੀ ਤੁਸੀਂ ਉਸ ਸ਼ਬਦ ਦਾ ਵਾਕ ਬਣਾ ਪਾਓਗੇ। ਵਾਕ ਛੋਟੇ ਬਣਾਉਣੇ ਨੇ, ਬਹੁਤ ਵੱਡੇ ਵੱਡੇ ਵਾਕ ਨਹੀਂ ਬਣਾਉਣੇ, ਕਿਉਂਕਿ ਉਹਨਾਂ ਵਿੱਚ ਗਲਤੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਠੀਕ ਹੈ, ਸਿਰਫ ਸਿੰਪਲ ਤੇ ਛੋਟਾ ਵਾਕ ਬਣਾਓ ਜਿਸ ਦੇ ਸਪੈਲਿੰਗਸ ਤੁਹਾਨੂੰ ਕਲੀਅਰ ਹੋਣ। ਠੀਕ ਹੈ, ਬਹੁਤ ਵੱਡਾ ਵਾਕ ਬਣਾ ਰਹੇ ਹੋ, ਐਸੇ ਵਰਡਸ ਯੂਜ਼ ਕਰ ਰਹੇ ਹੋ ਕਿ ਤੁਹਾਨੂੰ ਲਿਖਣੇ ਹੀ ਨਹੀਂ ਆਉਂਦੇ, ਗਲਤੀਆਂ ਕਰ ਰਹੇ ਹੋ, ਇਸ ਤਰ੍ਹਾਂ ਨਹੀਂ ਕਰਨਾ। ਸਿੰਪਲ ਬਿਲਕੁਲ ਸਧਾਰਨ ਜਿਹਾ ਵਾਕ ਬਣਾਓ। ਠੀਕ ਹੈ ਬੱਚੇ, ਅੱਜ ਅਸੀਂ ਕੀਤਾ ਪਾਠ 1 ਦੀ ਰਿਵੀਜ਼ਨ। ਸਾਰੇ ਬੱਚਿਆਂ ਨੇ ਪਾਠ 1 ਜੋ ਕਵਿਤਾ ਹੈ, ਪਾਠ 1 ਕਵਿਤਾ ਜੋ ਹੈ, ਇਸ ਨੂੰ ਚੰਗੀ ਤਰ੍ਹਾਂ ਔਰਲ ਵਿੱਚ ਵੀ ਲਰਨ ਕਰਨਾ ਹੈ। ਇਸ ਦੀ ਬੈਕ ਐਕਸਰਸਾਈਜ਼ ਤੇ ਪ੍ਰਸ਼ਨ ਉੱਤਰ ਵੀ ਚੰਗੀ ਤਰ੍ਹਾਂ ਰਿਵਾਈਜ਼ ਕਰਨੇ ਨੇ। ਥੈਂਕ ਯੂ।